ਪੰਜਾਬੀ ਆਵਾਜ਼ ਰੇਡੀਓ ਇੰਡੀਆ ਦੇ ਸਰੋਤਿਆਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਖਬਰਸਾਰ ਪੰਜਾਬ ਦੀ ਪੱਤਰਕਾਰ ਜਸਵਿੰਦਰ ਸਿੰਘ ਬਿੱਟਾ ਹੋਣਾ ਦੇ ਨਾਲ। ਜਸਵਿੰਦਰ ਸਿੰਘ ਜੀ, ਪਹਿਲਾਂ ਤਾਂ ਜਨਮ ਅਸ਼ਟਮੀ ਮੁਬਾਰਕ ਹੋਵੇ ਤੇ ਨਾਲੇ ਤੁਹਾਡਾ ਸਵਾਗਤ ਹੈ ਪੰਜਾਬੀ ਆਵਾਜ਼ ਦੇ ਵਿੱਚ। ਜੀ ਬਹੁਤ ਮਿਹਰਬਾਨੀ। ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸਾਰਿਆਂ ਨੂੰ ਮੁਬਾਰਕਾਂ। ਅੱਜ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ ਦੇ ਵਿੱਚ ਮੰਦਰਾਂ ਨੂੰ ਬੜੇ ਖੂਬਸੂਰਤੀ ਨਾਲ ਸਜਾਇਆ ਜਾ ਰਿਹਾ ਹੈ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਮੰਦਰਾਂ ਦੇ ਸਾਹਮਣੇ ਲੰਗਰ ਲੱਗੇ ਹੋਏ ਨੇ ਔਰ ਜਨਮ ਅਸ਼ਟਮੀ ਦੇ ਮੌਕੇ ਦੇ ਉੱਤੇ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਬਹੁਤ ਵੱਡੀ ਗਿਣਤੀ ਵਿੱਚ ਪੁੱਜ ਕੇ ਗੁਰੂ ਦਾ ਜਸ ਗਾਇਨ ਕੀਤਾ ਜਾ ਰਿਹਾ। ਹੁਣ ਕੱਲ ਦਿੱਲੀ ਦੇ ਡਿਪਟੀ ਮਿਨਿਸਟਰ ਸਿਸੋਦੀਆ ਸਾਹਿਬ ਪੰਜਾਬ ਵਿੱਚ ਰੇਡ ਕਰਦੇ ਫਿਰਦੇ ਸੀ। ਅੱਜ ਉਹਨਾਂ ਤੇ ਆਪੇ ਹੀ ਰੇਡ ਪੈ ਗਈ ਹੈ CBI ਦੀ। ਹਾਂਜੀ ਬਿਲਕੁਲ, ਅੱਜ ਸਵੇਰੇ 8:30 ਵਜੇ ਦੀ ਇਹ ਘਟਨਾ ਹੈਗੀ ਹੈ। ਹੁਣ ਤੱਕ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਹਦੇ 'ਚ ਦਿੱਲੀ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਹੈਗੀ ਹੈ ਉਹਦੇ 'ਚ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸਰਕਾਰੀ ਨਿਵਾਸ ਤੇ ਔਰ 7 ਸੂਬਿਆਂ ਦੇ 21 ਥਾਵਾਂ ਦੇ ਉੱਤੇ CBI ਦੀ ਜਿਹੜੀ ਛਾਪੇਮਾਰੀ ਹੈ ਉਹ ਸਵੇਰੇ 8:30 ਵਜੇ ਤੋਂ ਸ਼ੁਰੂ ਹੋਈ। ਜਾਂਚ ਅਫਸਰ 8:30 ਵਜੇ ਮਨੀਸ਼ ਸਿਸੋਦੀਆ ਦੇ ਘਰ ਪਹੁੰਚੇ ਸੀ। ਤਦ ਤੋਂ ਸਰਕਾਰੀ ਨਿਵਾਸ ਦੇ ਵਿੱਚ ਜਿਹੜਾ ਦਿੱਲੀ ਸਕੱਤਰੇਤ ਦੇ ਵਿੱਚ ਤਲਾਸ਼ੀ ਉਹਨਾਂ ਦੀ ਲਈ ਗਈ। ਅਫਸਰਾਂ ਦੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਫੋਨ, ਲੈਪਟਾਪ ਜ਼ਬਤ ਕਰ ਲਏ ਗਏ ਔਰ ਜਿਹੜੀ ਹੁਣ ਜਾਣਕਾਰੀ ਸਾਹਮਣੇ ਆਈ ਹੈ ਉਹਦੇ ਵਿੱਚ ਦਰਅਸਲ CBI ਨੇ ਜਿਹੜਾ ਮੁਕੱਦਮਾ ਦਰਜ ਕੀਤਾ ਹੈ ਅੱਜ 17/8/2002 ਦੇ ਵਿੱਚ, ਜਿਹੜਾ ਪਹਿਲਾਂ 17 ਅਗਸਤ ਨੂੰ FIR ਦਰਜ ਕੀਤੀ ਸੀ, ਜਿਹਦੇ 'ਚ 15 ਲੋਕਾਂ ਦੇ ਨਾਮ ਸੀ, ਜਿਹਦੇ ਸਭ ਤੋਂ ਉੱਤੇ ਨਾਮ ਮਨੀਸ਼ ਸਿਸੋਦੀਆ ਦਾ ਸੀ। ਸੈਕੰਡ ਨੰਬਰ ਤੇ ਇੱਕ ਐਕਸਾਈਜ਼ ਕਮਿਸ਼ਨਰ ਦਾ ਹੈਗਾ ਨਾਮ ਆਰਵ ਗੋਪੀ ਕ੍ਰਿਸ਼ਨ ਔਰ ਆਨੰਦ ਤਿਵਾੜੀ ਜਿਹੜਾ ਡਿਪਟੀ ਕਮਿਸ਼ਨਰ ਐਕਸਾਈਜ਼ ਹੈ ਤੀਜੇ ਨੰਬਰ ਤੇ ਉਹਦਾ ਨਾਂ ਹੈ। ਪੰਕਜ ਭਟਨਾਗਰ ਇੱਕ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਆ, ਉਹਦਾ ਨਾਂ ਹੈਗਾ। ਇਸ ਤਰ੍ਹਾਂ 15 ਨਾਮ ਨੇ ਜਿਨ੍ਹਾਂ ਦੇ ਖਿਲਾਫ 17 ਅਗਸਤ ਨੂੰ ਮੁਕੱਦਮਾ ਦਰਜ ਕਰ ਲਿਆ ਗਿਆ ਸੀਗਾ ਔਰ ਇੱਕ ਸ਼ਰਾਬ ਦੇ ਕਾਰੋਬਾਰੀ ਨੇ ਮਨੀਸ਼ ਸਿਸੋਦੀਆ ਦੇ ਨਜ਼ਦੀਕੀ ਨੂੰ 1 ਕਰੋੜ ਰੁਪਏ ਦਿੱਤੇ ਸਨ, ਇਸ ਤਰ੍ਹਾਂ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਔਰ CBI ਵੱਲੋਂ ਜਿਹੜੀ FIR ਹੁਣ ਨਸ਼ਰ ਕੀਤੀ ਗਈ ਹੈ ਜਿਹਦਾ ਨੰਬਰ ਹੈਗਾ 1376, FIR ਨੰਬਰ 011/17/8/2002 ਨੂੰ ਜਿਹੜੀ ਸਾਡੇ ਕੋਲ ਪਹੁੰਚੀ ਹੈ ਉਹਦੇ 'ਚ ਇਹ ਲਿਖਿਆ ਹੋਇਆ ਕਿ 15 ਲੋਕਾਂ ਨੂੰ CBI ਨੇ ਦੋਸ਼ੀ ਬਣਾਇਆ, ਜਿਹਦੇ 'ਚ ਦਿੱਲੀ ਦੇ ਐਕਸਾਈਜ਼ ਕਮਿਸ਼ਨਰ ਰਹੇ ਅਰੁਣ ਗੋਪੀ ਕ੍ਰਿਸ਼ਨ, ਡਿਪਟੀ ਐਕਸਾਈਜ਼ ਕਮਿਸ਼ਨਰ ਆਨੰਦ ਕੁਮਾਰ ਤਿਵਾੜੀ, ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਪੰਕਜ ਭਟਨਾਗਰ ਤੇ 9 ਕਾਰੋਬਾਰੀ ਤੇ 2 ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ। 16ਵੇਂ ਨੰਬਰ ਦੇ ਉੱਤੇ ਪਬਲਿਕ ਸਰਵੈਂਟ ਅਤੇ ਪਬਲਿਕ ਪਰਸਨ ਦਾ ਜ਼ਿਕਰ ਕੀਤਾ ਗਿਆ ਤੇ ਯਾਨੀ ਇਹਦਾ ਮਤਲਬ ਇਹ ਹੈ ਕਿ ਇਸ ਜਾਂਚ ਏਜੰਸੀ ਅੱਗੇ ਵੀ ਕੁਝ ਲੋਕਾਂ ਦੇ ਨਾਮ ਜਿਹੜੇ FIR ਦੇ ਵਿੱਚ ਜੋੜ ਸਕਦੀ ਹੈ। ਔਰ ਇਹਦੇ 'ਚ ਕੀ ਹੈਗਾ ਕਿ ਸ਼ਰਾਬ ਨੀਤੀ ਦੇ ਵਿੱਚ ਘਪਲੇ ਨੂੰ ਲੈ ਕੇ ਮਨੀਸ਼ ਸਿਸੋਦੀਆ ਸਣੇ 15 ਲੋਕਾਂ ਦੇ ਉੱਤੇ CBI ਨੇ FIR ਜਿਹੜੀ ਉਪ ਰਾਜਪਾਲ VK ਸਕਸੈਨਾ ਦੇ ਦਫ਼ਤਰ ਤੋਂ ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਜਾਣਕਾਰੀ ਦੇ ਆਧਾਰ ਤੇ ਜਿਹੜੀ ਦਰਜ ਕੀਤੀ ਗਈ ਹੈ। ਔਰ CBI ਨੇ ਇਹ ਵੀ ਦੋਸ਼ ਲਾਇਆ ਕਿ ਸਿਸੋਦੀਆ ਸਮੇਤ ਜਿਹੜੇ ਦੋਸ਼ੀ ਸਰਕਾਰੀ ਅਫਸਰਾਂ ਨੇ ਜਿਹੜੀ ਸਮਰੱਥ ਅਥਾਰਟੀ ਤੋਂ ਮਨਜ਼ੂਰੀ ਲਏ ਬਗੈਰ ਇੱਕ ਐਕਸਾਈਜ਼ ਪਾਲਿਸੀ ਬਣਾ ਦਿੱਤੀ ਗਈ ਔਰ ਇਸ ਦਾ ਮਕਸਦ ਜਿਹੜਾ ਸੀਗਾ ਟੈਂਡਰ ਦੇ ਬਾਅਦ ਕਾਰੋਬਾਰੀਆਂ ਨੂੰ ਇੱਕ ਆਊਟ ਆਫ ਦੀ ਵੇ ਲਾਭ ਪਹੁੰਚਾਉਣ ਦਾ ਸੀਗਾ। FIR ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਇੱਕ ਐਂਟਰਟੇਨਮੈਂਟ ਤੇ ਇਵੈਂਟ ਮੈਨੇਜਮੈਂਟ ਕੰਪਨੀ ਦੇ CEO ਨੇ ਵਿਜੇ ਨਾਇਰ ਔਰ ਇੱਕ ਜਿਹੜੇ ਵਿਜੇ ਨਾਇਰ ਨੇ ਇਹ ਅਰਵਿੰਦ ਕੇਜਰੀਵਾਲ ਦੇ ਵੀ ਬਹੁਤ ਜ਼ਿਆਦਾ ਨੇੜੇ ਨੇ ਔਰ ਇੱਕ ਬੰਦੇ ਨੇ ਪ੍ਰਨੋਦ ਰਿਚਰਡ ਕੰਪਨੀ ਦੇ ਸਾਬਕਾ ਕਰਮਚਾਰੀ ਮਨੋਜ ਰਾਏ ਤੇ ਬ੍ਰੈਂਡਕੋ ਸਪਿਰਟ ਦੇ ਮਾਲਕ ਨੇ ਅਮਨਦੀਪ ਢੱਲ ਔਰ ਇੰਡੋ ਸਪਿਰਟ ਦੇ ਮਾਲਕ ਨੇ ਸਮੀਰ ਮਹਿੰਦਰੂ ਐਕਸਾਈਜ਼ ਪਾਲਿਸੀ ਨੂੰ ਬਣਾਉਣ ਦੇ ਵਿੱਚ, ਲਾਗੂ ਕਰਨ ਦੇ ਵਿੱਚ ਔਰ ਇਹ ਸਾਰੀਆਂ ਗੜਬੜੀਆਂ ਦੇ ਵਿੱਚ ਉਹਨਾਂ ਨੇ ਆਖਿਆ ਕਿ ਇਹਨਾਂ ਦੀ ਸ਼ਮੂਲੀਅਤ ਰਹੀ ਹੈ। ਹੁਣ ਜਿਹੜੀ CBI ਨੇ FIR ਦਰਜ ਕੀਤੀ ਹੈ ਉਹਦੇ 'ਚ ਇੱਕ ਤਾਂ ਵੱਡੀ ਰਿਟੇਲ ਪ੍ਰਾਈਵੇਟ ਲਿਮਟਿਡ ਗੁਰੂਗ੍ਰਾਮ ਦੇ ਡਾਇਰੈਕਟਰ ਨੇ ਅਮਿਤ ਅਰੋੜਾ ਔਰ ਇਹਨਾਂ ਦੇ ਘਰੋਂ ਵੀ ਕਾਫੀ ਪੈਸੇ ਮਿਲੇ ਨੇ ਅਮਿਤ ਅਰੋੜਾ ਦੇ ਘਰੋਂ ਔਰ ਇੱਕ ਬੰਦਾ ਹੈਗਾ ਦਿਨੇਸ਼ ਅਰੋੜਾ ਤੇ ਇੱਕ ਹੈਗਾ ਅਰਜਨ ਪਾਂਡੇ। ਇਹ ਦੱਸਿਆ ਜਾ ਰਿਹਾ ਕਿ ਮਨੀਸ਼ ਸਿਸੋਦੀਆ ਦੇ ਕਾਫੀ ਕਰੀਬੀ ਰਹੇ ਨੇ ਔਰ ਇਹ ਲੋਕ ਸ਼ਰਾਬ ਦੇ ਲਾਇਸੈਂਸਾਂ ਦਾ ਆਰਥਿਕ ਫਾਇਦਾ ਲੈ ਕੇ ਉਸ ਦੇ ਵਿੱਚ ਜਿਹੜੇ ਦੋਸ਼ੀ ਪੁਲਿਸ ਅਫਸਰਾਂ ਤੱਕ ਇਹਨੂੰ ਡਾਇਵਰਟ ਕਰਨ ਦੇ ਵਿੱਚ ਸ਼ਾਮਲ ਰਹੇ ਨੇ। CBI ਨੇ ਇਹ ਵੀ ਦੋਸ਼ ਲਾਇਆ ਕਿ ਇੱਕ ਰਾਧਾ ਇੰਡਸਟਰੀ ਦੇ ਜਿਹੜੇ ਦਿਨੇਸ਼ ਅਰੋੜਾ ਨੇ ਤੇ ਇੰਡੋ ਸਪਿਰਟ ਦੇ ਸਮੀਰ ਮਹਿੰਦਰੂ ਤੋਂ 1 ਕਰੋੜ ਰੁਪਏ ਲਏ ਗਏ ਔਰ ਦਿਨੇਸ਼ ਅਰੋੜਾ ਸਿਸੋਦੀਆ ਦਾ ਕਰੀਬੀ ਦੱਸਿਆ ਜਾ ਰਿਹਾ ਹੈ। FIR ਦੇ ਵਿੱਚ ਇਹ ਵੀ ਕਿਹਾ ਗਿਆ ਕਿ ਅਰੁਣ ਰਾਮਚੰਦਰ ਪਲਾਈ ਨਾਮ ਦਾ ਇੱਕ ਵਿਅਕਤੀ ਜਿਹੜਾ ਸਮੀਰ ਮਹਿੰਦਰੂ ਤੋਂ ਪੈਸੇ ਇਕੱਠੇ ਕਰਦਾ ਸੀ ਤੇ ਵਿਜੇ ਨਾਇਰ ਦੇ ਜ਼ਰੀਏ ਅਫਸਰਾਂ ਤੱਕ ਪਹੁੰਚਾਉਂਦਾ ਸੀ
ਔਰ ਅਰਜਨ ਪਾਂਡੇ ਨਾਮ ਦੇ ਵਿਅਕਤੀ ਨੇ ਜਿਹੜਾ ਸਮੀਰ ਮਹਿੰਦਰੂ ਤੇ ਵਿਜੇ ਨਾਇਰ ਨੂੰ ਇੱਕ ਵਾਰ 2 ਤੋਂ 4 ਕਰੋੜ ਰੁਪਏ ਦੀ ਵੱਡੀ ਰਕਮ ਵੀ ਲਈ ਸੀ। ਔਰ ਇਹਦੇ 'ਚ ਸ਼ਰਾਬ ਦੇ ਕਿੰਗ ਜਿਹੜੇ ਪੌਂਟੀ ਚੱਡਾ ਦੇ ਕਰੀਬੀਆਂ ਦਾ ਵੀ ਨਾਮ ਆ ਰਿਹਾ ਹੈ। ਪੌਂਟੀ ਚੱਡਾ ਤੁਹਾਨੂੰ ਯਾਦ ਹੀ ਹੋਣਾ, ਉਹਨੂੰ ਗੋਲੀਆਂ ਮਾਰ ਕੇ ਉਹਦੇ ਭਰਾ ਨੇ ਹੀ ਮਾਰ ਦਿੱਤਾ ਸੀ ਤੇ ਆਪਸ ਦੇ ਵਿੱਚ 2 ਭਰਾਵਾਂ ਦਾ ਕਤਲ ਹੋ ਗਿਆ ਸੀ। ਔਰ ਉਹਦੇ 'ਚ ਸੁਖਦੇਵ ਸਿੰਘ ਨਾਮਧਾਰੀ ਇੱਕ ਵਿਅਕਤੀ ਹੈ ਜਿਹੜਾ ਹਾਲੇ ਵੀ ਜੇਲ੍ਹ ਦੇ ਵਿੱਚ ਹੈ, ਉਹ ਉੱਥੇ ਮੌਕੇ ਤੇ ਹਾਜ਼ਰ ਸੀ। ਔਰ ਇਸ FIR ਦੇ ਵਿੱਚ ਕਿਹਾ ਗਿਆ ਕਿ ਐਕਸਾਈਜ਼ ਪਾਲਿਸੀ ਦੇ ਵਿੱਚ ਸਮੀਰ ਮਰਵਾ, ਉਹਦੀ ਫਰਮ ਹੈਗੀ ਆ ਮਹਾਦੇਵ ਲੀਕਰਸ, ਉਹਨੂੰ L1 ਲਾਇਸੈਂਸ ਦਿੱਤਾ ਗਿਆ। L1 ਲਾਇਸੈਂਸ ਹੁੰਦਾ ਹੈ ਜਿਹੜਾ ਥੋਕ ਦਾ ਸ਼ਰਾਬ ਦਾ ਵਪਾਰੀ ਨੂੰ ਦਿੱਤਾ ਜਾਂਦਾ ਹੈ। ਔਰ ਉਹਦੇ ਤੇ ਦੋਸ਼ ਹੈ ਕਿ ਸ਼ਰਾਬ ਦੇ ਕਿੰਗ ਜਿਹੜੇ ਪੌਂਟੀ ਚੱਡਾ ਦੀ ਫਰਮ ਦੇ ਬੋਰਡ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਮਰਵਾਹਾ ਜਿਹੜਾ ਹੈਗਾ ਉਹ ਸਰਕਾਰੀ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ ਤੇ ਨਿਯਮਤ ਤੌਰ ਤੇ ਉਹ ਰਿਸ਼ਵਤ ਦੇ ਰਿਹਾ ਸੀਗਾ। ਔਰ ਛਾਪੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਕਾਰਵਾਈ ਜਿਹੜੀ ਕੇਜਰੀਵਾਲ ਨੂੰ ਰੋਕਣ ਲਈ ਕੀਤੀ ਗਈ ਹੈ। ਔਰ ਰਾਜ ਸਭਾ ਦੇ ਮੈਂਬਰ ਜਿਹੜੇ ਰਾਘਵ ਚੱਡਾ ਨੇ ਕਿਹਾ ਕਿ CBI ਅਰਵਿੰਦ ਕੇਜਰੀਵਾਲ ਦੇ ਛਾਪਾ ਮਾਰ ਚੁੱਕੀ ਹੈ। ਉਦੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਘਰੋਂ 4 ਮਫਲਰ ਮਿਲੇ ਸੀ ਤੇ ਮਨੀਸ਼ ਸਿਸੋਦੀਆ ਦੇ ਘਰ ਦੇ ਵਿੱਚ ਉਹਨਾਂ ਨੇ ਆਖਿਆ ਕਿ ਪੈਨਸਲ, ਨੋਟਬੁੱਕ ਤੇ ਜਿਮੈਟਰੀ ਬਾਕਸ ਮਿਲਣਗੇ। ਲੇਕਿਨ ਇਹਦੇ 'ਚ ਹੁਣ ਮੌਜੂਦਾ ਸਮੇਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ, ਉਹਦੇ 'ਚ ਮਨੀਸ਼ ਸਿਸੋਦੀਆ ਦੇ ਖਿਲਾਫ ਮੁਕੱਦਮਾ ਜਦੋਂ ਦਰਜ ਕਰ ਲਿਆ ਗਿਆ, ਸਿਸੋਦੀਆ ਦੇ ਉੱਤੇ ਤੇ 17 ਅਗਸਤ ਨੂੰ ਜਿਹੜੀ FIR ਦਰਜ ਹੋਈ ਸੀ ਔਰ ਐਕਸਾਈਜ਼ ਦੇ 3 ਅਫਸਰ ਤੇ ਹੋਰ ਜਿਹੜੇ ਕਾਰੋਬਾਰੀ ਹੈ ਉਹਨਾਂ ਨੂੰ ਦੋਸ਼ੀ ਬਣਾਇਆ ਗਿਆ। ਲੇਕਿਨ ਅਸਲ ਜਿਹੜੀ ਕਹਾਣੀ ਕੀ ਹੈ, ਕਹਾਣੀ ਇਹ ਹੈ ਕਿ ਨਵੰਬਰ 2021 ਨੂੰ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਵਿੱਚ ਨਵੀਂ ਸ਼ਰਾਬ ਦੀ ਨੀਤੀ ਲਾਗੂ ਕੀਤੀ, ਐਕਸਾਈਜ਼ ਪਾਲਿਸੀ। ਔਰ ਜੁਲਾਈ 2022 ਦੇ ਵਿੱਚ ਇਸੇ ਸਾਲ ਦਿੱਲੀ ਦੇ ਜਿਹੜੇ ਉਪ ਰਾਜਪਾਲ ਹੈ ਉਹਨਾਂ ਨੇ ਨਵੀਂ ਸ਼ਰਾਬ ਨੀਤੀ ਦੇ ਵਿੱਚ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਹੋਇਆਂ ਮਨੀਸ਼ ਸਿਸੋਦੀਆ ਦੇ ਖਿਲਾਫ CBI ਜਾਂਚ ਦੀ ਜਿਹੜੀ ਸਿਫਾਰਿਸ਼ ਕੀਤੀ ਸੀ। ਔਰ ਜੁਲਾਈ 2022 ਦੀ 30 ਜੁਲਾਈ ਨੂੰ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਸੀਗਾ ਕਿ ਦਿੱਲੀ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ ਔਰ 1 ਅਗਸਤ 2022 ਤੋਂ ਪੁਰਾਣੀ ਨੀਤੀ ਤੇ ਸ਼ਰਾਬ ਨੂੰ ਵੇਚਿਆ ਜਾਏਗਾ। ਲੇਕਿਨ ਬੀਤੀ ਅੱਜ 19 ਅਗਸਤ ਨੂੰ CBI ਨੇ ਦਿੱਲੀ ਦੇ ਵਿੱਚ ਨਵੀਂ ਸ਼ਰਾਬ ਨੀਤੀ ਦੇ ਮਾਮਲੇ ਵਿੱਚ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਿਵਾਸ ਤੇ 21 ਥਾਵਾਂ ਤੇ ਛਾਪੇਮਾਰੀ ਕੀਤੀ, ਜਿਹਦੇ ਵਿੱਚ 15 ਜਣਿਆਂ ਨੂੰ ਜਿਹੜਾ ਦੋਸ਼ੀ ਬਣਾਇਆ ਗਿਆ। ਹੁਣ ਜਿਹੜੀ ਦਿੱਲੀ ਦੀ ਪੁਰਾਣੀ ਸ਼ਰਾਬ ਨੀਤੀ ਹੈ ਉਹਦੇ 'ਚ 60% ਦੀ ਦੁਕਾਨਾਂ ਸਰਕਾਰੀ ਸੀਗੀਆਂ। ਇਹਦੇ ਵਿੱਚ ਪੁਰਾਣੀ ਨੀਤੀ ਦੇ ਵਿੱਚ L1 ਤੇ L10 ਇੱਕ ਲਾਇਸੈਂਸ ਹੈ ਜਿਹੜਾ ਰਿਟੇਲ ਵੈਂਡਰ ਨੂੰ ਦਿੱਤਾ ਜਾਂਦਾ ਹੈ। L1 ਦੀਆਂ ਦੁਕਾਨਾਂ ਜਿਹੜੀਆਂ ਨੇ ਦਿੱਲੀ ਡਿਵੈਲਪਮੈਂਟ ਅਥਾਰਟੀ DDA ਦੀਆਂ ਜਿਹੜੀਆਂ ਅਪਰੂਵਡ ਮਾਰਕੀਟਾਂ ਨੇ, ਦਿੱਲੀ ਦੇ ਵਿੱਚ ਜਿਹੜੇ ਲੋਕਲ ਸ਼ਾਪਿੰਗ ਸੈਂਟਰ ਨੇ ਜਾਂ ਜਿਹੜੇ ਕਮਰਸ਼ੀਅਲ ਸ਼ਾਪਿੰਗ ਸੈਂਟਰ ਹੈ ਜਾਂ ਡਿਸਟ੍ਰਿਕਟ ਸੈਂਟਰ ਹੈ ਜਾਂ ਕਮਿਊਨਿਟੀ ਸੈਂਟਰ ਹੈ, ਉੱਥੇ ਉਹ ਚੱਲਦੀਆਂ ਹੈ, ਪਹਿਲਾਂ ਚੱਲਦੀਆਂ ਸੀਗੀਆਂ। 2003 ਦੇ ਵਿੱਚ L1 ਤੇ L10 ਜਿਹੜੇ ਲਾਇਸੈਂਸ ਚੱਲ ਰਹੇ ਸੀ ਤੇ L10 ਜਿਹੜੇ ਵਾਈਨ ਸ਼ਾਪ ਦੇ ਲਾਇਸੈਂਸ ਹੈ ਸ਼ਾਪਿੰਗ ਮਾਲ ਦੇ ਲਈ ਕਰ ਦਿੱਤੇ ਗਏ ਤੇ ਹਰ ਸਾਲ ਜਿਹੜੇ ਪ੍ਰਾਈਵੇਟ ਵੈਂਡਰ ਨੇ ਉਹ ਲਾਇਸੈਂਸ ਰੀਨਿਊ ਲਈ ਫੀਸ ਭਰਦੇ ਸੀਗੇ ਔਰ ਹੋਲਸੇਲ ਦੇ ਲਈ ਉਹਨਾਂ ਨੂੰ ਫਿਕਸ ਪ੍ਰਾਈਸ ਦੇਣਾ ਪੈਂਦਾ ਸੀ ਤੇ ਬਿਲਿੰਗ ਅਮਾਉਂਟ ਤੇ ਉਹਨਾਂ ਦਾ ਵੈਟ ਲੱਗਦਾ ਸੀਗਾ, ਬਿੱਲ ਕੱਟ ਕੇ ਉਹਨਾਂ ਨੂੰ ਦੇਣਾ ਪੈਂਦਾ ਸੀ। ਦਿੱਲੀ ਦੇ ਵਿੱਚ ਜਦੋਂ 17 ਨਵੰਬਰ 2021 ਨੂੰ ਸ਼ਰਾਬ ਦੇ ਲਈ ਨਵੀਂ ਜਿਹੜੀ ਆਬਕਾਰੀ ਨੀਤੀ ਲਾਗੂ ਹੋਈ ਤਾਂ 849 ਸੀਗੀਆਂ ਸ਼ਰਾਬ ਦੀਆਂ ਦੁਕਾਨਾਂ ਔਰ ਇਹਦੇ ਵਿੱਚ 60% ਦੁਕਾਨਾਂ ਸੀਗੀਆਂ ਸਰਕਾਰੀ ਤੇ 40% ਦੁਕਾਨਾਂ ਸੀ ਪ੍ਰਾਈਵੇਟ, ਜਿਹੜੀਆਂ ਨਿੱਜੀ ਤੌਰ ਦੇ ਉੱਤੇ ਜਿਹੜੇ ਬੰਦੇ ਆਮ ਖੋਲ ਸਕਦੇ ਸੀਗੇ। ਔਰ ਦਿੱਲੀ ਦੇ ਵਿੱਚ ਜਦੋਂ ਕੇਜਰੀਵਾਲ ਸਰਕਾਰ ਨੇ 17 ਨਵੰਬਰ ਨੂੰ ਨਵੀਂ ਸ਼ਰਾਬ ਨੀਤੀ ਨੂੰ ਮਨਜ਼ੂਰੀ ਦਿੱਤੀ ਤੇ ਇਹਦੇ ਤਹਿਤ ਦਿੱਲੀ ਦੇ ਵਿੱਚ ਸ਼ਰਾਬ ਦੀਆਂ ਜਿਹੜੀਆਂ ਸਰਕਾਰੀ ਦੁਕਾਨਾਂ ਨੂੰ ਜਦੋਂ ਬੰਦ ਕਰ ਦਿੱਤਾ ਗਿਆ ਤੇ ਨਵੀਂ ਨੀਤੀ ਨੂੰ ਲਾਗੂ ਕਰਨ ਲਈ ਦਿੱਲੀ ਨੂੰ 32 ਜ਼ੋਨਾਂ ਦੇ ਵਿੱਚ ਵੰਡਿਆ ਗਿਆ ਸੀ ਤੇ ਹਰ ਜ਼ੋਨ ਦੇ ਵਿੱਚ 27 ਸ਼ਰਾਬ ਦੀਆਂ ਦੁਕਾਨਾਂ ਸੀਗੀਆਂ। ਇਹਨਾਂ ਦੁਕਾਨਾਂ ਦਾ ਜਿਹੜਾ ਮਾਲਕਾਨਾ ਹੱਕ ਹੈ ਉਹ ਜ਼ੋਨ ਵਾਈਜ਼ ਜਾਰੀ ਕੀਤਾ ਗਿਆ ਤੇ ਲਾਇਸੈਂਸ ਵੀ ਦਿੱਤਾ ਗਿਆ ਔਰ ਹਰ ਵਾਰਡ ਦੇ ਵਿੱਚ 2 ਤੋਂ 3 ਦੁਕਾਨਾਂ ਜਿਹੜੀਆਂ ਉਹਦੀ ਮਨਜ਼ੂਰੀ ਦਿੱਤੀ ਗਈ ਸੀ। ਔਰ ਸਰਕਾਰ ਦਿੱਲੀ ਦੀ ਨੇ ਜਦੋਂ ਲਾਇਸੈਂਸ ਧਾਰਕਾਂ ਲਈ ਨਿਯਮ ਨੂੰ ਇੱਕ ਸੌਖਾ ਬਣਾ ਦਿੱਤਾ ਤੇ ਇਹਦੇ ਤੇ ਸ਼ਰਾਬ ਦੇ ਉੱਤੇ ਡਿਸਕਾਊਂਟ ਦੇਣ ਦੀ ਗੱਲ ਕੀਤੀ ਤੇ MRP ਦੇ ਉੱਤੇ ਵੇਚਣ ਦੀ ਬਜਾਏ ਖੁਦ ਕੀਮਤ ਤੈਅ ਕਰਨ ਦੀ ਉਹਨਾਂ ਨੂੰ ਛੂਟ ਵੀ ਦੇ ਦਿੱਤੀ ਸੀ ਔਰ ਵੈਂਡਰ ਨੂੰ ਡਿਸਕਾਊਂਟ ਦੇਣ ਦਾ ਫਾਇਦਾ ਵੀ ਹੋਇਆ ਸੀ ਔਰ ਇਸ ਨਾਲ ਸ਼ਰਾਬ ਦੀ ਵਿਕਰੀ ਦੇ ਵਿੱਚ ਕਾਫੀ ਵਾਧਾ ਹੋਇਆ। ਤੇ ਜਦੋਂ ਵਿਰੋਧੀ ਧਿਰ ਨੇ ਦਾ ਵਿਰੋਧ ਕੀਤਾ ਤੇ ਫਿਰ ਆਬਕਾਰੀ ਵਿਭਾਗ ਦੇ ਕੁਝ ਸਮੇਂ ਦੀ ਜਿਹੜੀ ਇਹ ਛੋਟ ਹੈ, ਜਿਹੜੀ MRP ਤੋਂ ਰੇਟ ਤੋਂ ਬਜਾਏ ਖੁਦ ਆਪਦੀ ਕੀਮਤ ਤੈਅ ਕਰਨ ਤੋਂ ਫਿਰ ਉਹਨਾਂ ਨੇ ਇਸ ਨੂੰ ਵਾਪਸ ਲੈ ਲਿਆ ਸੀਗਾ। ਹੁਣ ਦਿੱਲੀ ਸਰਕਾਰ ਜਿਹੜੀ ਹੈ ਨਵੀਂ ਸ਼ਰਾਬ ਨੀਤੀ ਲੈ ਕੇ ਕਿਉਂ ਆਈ ਹੈ, ਇਹਦਾ ਕਾਰਨ ਕੀ ਹੈਗਾ? ਇਹਦਾ ਕਾਰਨ ਹੈਗਾ ਕਿ ਦਿੱਲੀ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਉਹਨਾਂ ਨੇ ਨਵੀਂ ਸ਼ਰਾਬ ਨੀਤੀ ਲਿਆਉਣ ਦੇ ਪਿੱਛੇ ਕੁਝ ਕਾਰਨ ਦੱਸੇ ਸੀ। ਉਹਨਾਂ ਨੇ ਆਖਿਆ ਸੀਗਾ ਪਹਿਲਾ ਕਾਰਨ ਤਾਂ ਇਹ ਹੈਗਾ ਕਿ ਅਸੀਂ ਸ਼ਰਾਬ ਮਾਫੀਆ ਤੇ ਕੰਟਰੋਲ ਕਰਾਂਗੇ। ਦੂਜਾ ਉਹਨਾਂ ਨੇ ਤਰਕ ਦਿੱਤਾ ਸੀਗਾ ਕਿ ਸਰਕਾਰ ਦਾ ਜਿਹੜਾ ਰੈਵਨਿਊ ਵਧੂਗਾ
ਔਰ ਇਸ ਤੋਂ ਇਲਾਵਾ ਜਿਹੜਾ ਕਾਲਾ ਬਾਜ਼ਾਰੀ ਜਿਹੜੀ ਹੈ ਕਈ ਵਾਰੀ ਯੂਪੀ ਦੇ ਵਿੱਚੋਂ ਜਿਹੜੀ ਸ਼ਰਾਬ ਆ ਰਹੀ ਹੈ, ਮੈਨੂੰ ਦਿੱਲੀ ਤੋਂ ਵੀ ਪਤਾ ਲੱਗਿਆ ਸੀ, ਪੰਜਾਬ ਤੋਂ ਵੀ ਪਤਾ ਲੱਗਿਆ ਵੀ ਜਿਨ੍ਹਾਂ ਕੋਲੇ ਸ਼ਰਾਬ ਦੇ ਠੇਕੇ ਹੁੰਦੇ ਆ ਉਹ ਕੀ ਕਰਦੇ ਆ, ਮੰਨ ਲਓ ਬ੍ਰਾਂਡਡ ਕੰਪਨੀਆਂ ਦੀ ਸ਼ਰਾਬ ਹੈ, ਉਸ ਕੰਪਨੀ ਦੀ ਸ਼ਰਾਬ ਜਦੋਂ ਤੁਸੀਂ ਸਟਾਕਿਸਟ ਤੋਂ ਚੱਕਦੇ ਹੋ ਜਾਂ ਸਰਕਾਰ ਤੋਂ ਚੱਕਦੇ ਹੋ ਪ੍ਰੂਫ ਲੀਟਰ, ਤਾਂ ਉਹ ਡੁਪਲੀਕੇਟ ਸ਼ਰਾਬ ਹੈ ਜਿਹੜੀ ਯੂਪੀ ਤੋਂ ਉਸੇ ਬ੍ਰਾਂਡ ਦੇ ਵਿੱਚ ਤੁਹਾਨੂੰ ਸਸਤੀ ਮਿਲ ਜਾਂਦੀ ਹੈ। ਠੇਕੇਦਾਰ ਕੀ ਕਰਦੇ ਹੈ, ਉਹ ਆਪਣਾ ਕੋਟਾ ਜਿਹੜਾ ਨਹੀਂ ਚੱਕਦੇ, ਲੇਕਿਨ ਜਿਹੜੀ ਯੂਪੀ ਤੋਂ ਸ਼ਰਾਬ ਮੰਗਵਾ ਕੇ ਉਹੀ ਬ੍ਰਾਂਡ ਨਕਲੀ ਬ੍ਰਾਂਡ ਜਿਹੜਾ ਹੁੰਦਾ, ਜਿਹੜਾ ਸਸਤਾ ਹੁੰਦਾ, ਤੇ ਸਾਨੂੰ ਜਿਹੜਾ ਬੰਦਾ ਦਾਰੂ ਪੀਂਦਾ ਉਹਨੂੰ ਲੱਗਦਾ ਕਿ ਮੈਂ ਬੈਕ ਪਾਈਪਰ ਜਾਂ ਮੈਂ ਬਲੂ ਲੈਵਲ ਜਾਂ ਮੈਂ ਰੈੱਡ ਲੈਵਲ ਜਿਹੜੀਆਂ ਵੀ ਸ਼ਰਾਬੀਆਂ ਵੱਖਰੀਆਂ ਕਿਸਮਾਂ ਹੁੰਦੀਆਂ ਉਹ ਪੈਸੇ ਉਹਨੇ ਹੀ ਪੇ ਕਰਦਾ ਉਹ, ਪਰ ਉਹ ਬਾਅਦ ਚ ਉਹਨੂੰ ਪਤਾ ਲੱਗਦਾ ਕਿ ਇਹ ਸ਼ਰਾਬ ਤਾਂ ਨਕਲੀ ਹੈ। ਪਰ ਇਹ ਬਹੁਤ ਥਾਵਾਂ ਦੇ ਉੱਤੇ ਇਸ ਤਰ੍ਹਾਂ ਹੋ ਰਿਹਾ, ਔਰ ਇਹ ਕਿਹਾ ਸੀ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਵੀ ਜਿਹੜੀ ਕਾਲਾ ਬਾਜ਼ਾਰੀ ਹੈ ਇਸ ਨੂੰ ਅਸੀਂ ਖਤਮ ਕਰ ਦਿਆਂਗੇ ਔਰ ਸ਼ਰਾਬ ਦੀ ਦੁਕਾਨ ਦਾ ਜਿਹੜਾ ਸਮਾਨ ਹੈ ਉਹਨੂੰ ਵੰਡ ਕਰਨਾ ਸਾਡਾ ਸੌਖਾ ਹੋ ਜਾਏਗਾ। ਦਿੱਲੀ ਦੇ ਵਿੱਚ ਜਿਹੜੇ ਅਸਲ ਦੇ ਵਿੱਚ 272 ਵਾਰਡ ਨੇ ਜਿਹੜੇ ਪੂਰੀ ਦਿੱਲੀ ਦੇ ਵਿੱਚ, ਔਰ 79 ਵਾਰਡਾਂ ਦੇ ਵਿੱਚ ਇੱਕ ਵੀ ਸ਼ਰਾਬ ਦੀ ਦੁਕਾਨ ਨਹੀਂ ਸੀ। 45 ਐਸੇ ਵਾਰਡ ਹੈ ਜਿੱਥੇ 1 ਤੋਂ 2 ਦੁਕਾਨਾਂ ਸੀ। 158 ਵਾਰਡ ਐਸੇ ਹੈ ਜਿੱਥੇ 58% ਐਸੀਆਂ ਜਗ੍ਹਾ ਜਿੱਥੇ ਦੁਕਾਨ ਨਹੀਂ ਤੇ ਕੰਮ ਵੀ ਬਹੁਤ ਘੱਟ ਹੈ। 850 ਦੁਕਾਨਾਂ ਸੀ ਦਿੱਲੀ ਦੇ ਵਿੱਚ, ਜਿਹੜੀਆਂ 50% ਦੁਕਾਨਾਂ 45 ਵਾਰਡਾਂ ਦੇ ਵਿੱਚ ਹੈ। ਔਰ ਨਵੀਂ ਨੀਤੀ ਦੇ ਨਾਲ ਹਰ ਵਾਰਡ ਦੇ ਵਿੱਚ ਦੁਕਾਨ ਹੋਣੀ ਸੀ, ਔਰ ਉਹਨਾਂ ਨੇ ਆਖਿਆ ਕਿ ਸ਼ਰਾਬ ਦੀ ਜਿਹੜੀ ਕਾਲਾਬਾਜ਼ਾਰੀ ਰੁਕੂਗੀ। 3 ਇਹਨਾਂ ਨੇ ਨੁਕਤੇ ਦਿੱਤੇ ਸੀ। ਇੱਕ ਤਾਂ ਕਿਹਾ ਸੀਗਾ ਕਿ 2000 ਗੈਰ ਕਾਨੂੰਨੀ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਪਹਿਲਾਂ ਖੁੱਲੀਆਂ ਉਹਨਾਂ ਦੀ ਗਿਣਤੀ ਹੈ ਜਿਹੜੀ 850 ਸੀ ਔਰ ਗੈਰ ਕਾਨੂੰਨੀ ਦੁਕਾਨਾਂ ਬੰਦ ਹੋ ਜਾਣਗੀਆਂ। ਔਰ ਦੂਜੀ ਗੱਲ ਉਹਨਾਂ ਨੇ ਕਹੀ ਸੀ ਕਿ ਐਕਸਾਈਜ਼ ਵਿਭਾਗ ਨੇ 1 ਸਾਲ ਦੇ ਵਿੱਚ 7 ਲੱਖ ਸ਼ਰਾਬ ਦੀਆਂ ਬੋਤਲਾਂ ਫੜੀਆਂ ਸੀ, 1864 ਮੁਕੱਦਮੇ ਦਰਜ ਕੀਤੇ ਸੀ ਔਰ 1000 ਗੱਡੀਆਂ ਨਜਾਇਜ਼ ਜਿਹੜੀਆਂ ਗੈਰ ਕਾਨੂੰਨੀ ਸੀ ਸ਼ਰਾਬ ਨੂੰ ਢੋਂਦੀਆਂ ਸੀ ਉਹ ਜ਼ਬਤ ਕੀਤੀਆਂ ਸੀ। ਤੀਜਾ ਉਹਨਾਂ ਨੇ ਆਖਿਆ ਸੀ ਵੀ ਜਦੋਂ ਨਵੀਂ ਨੀਤੀ ਅਸੀਂ ਲਿਆਵਾਂਗੇ ਤੇ ਟੈਕਸ ਚੋਰੀ ਕਰਨ ਵਾਲੇ ਦੁਕਾਨਦਾਰਾਂ ਦੇ ਉੱਤੇ ਜਿਹੜੀ ਲਗਾਮ ਲੱਗੇਗੀ। ਲੇਕਿਨ ਨਵੀਂ ਨੀਤੀ ਦੇ ਵਿੱਚ ਬਦਲਾਅ ਕੀ ਆਏ, ਇੱਕ ਤਾਂ ਸ਼ਰਾਬ ਦੀ ਦੁਕਾਨ ਦੀ ਖਿੜਕੀ ਸੜਕ ਵਾਲੇ ਪਾਸੇ ਨਹੀਂ ਹੋਣੀ ਚਾਹੀਦੀ, ਯਾਨੀ ਮੇਨ ਸੜਕ ਦੇ ਉੱਤੇ ਠੇਕਾ ਨਹੀਂ ਹੋਣਾ ਚਾਹੀਦਾ। ਸ਼ਰਾਬ ਦੀ ਦੁਕਾਨ ਦੇ ਕੋਲ ਆਪਣੀ ਜਿਹੜੀ ਪੁਖਤਾ ਜਗ੍ਹਾ ਹੋਣੀ ਚਾਹੀਦੀ ਹੈ ਜਿਹੜੀ ਘੱਟੋ ਘੱਟ 500 ਸਕੁਅਰ ਫੁੱਟ ਦੇ ਵਿੱਚ ਹੋਵੇ ਔਰ ਖੁੱਲੀ ਜਗ੍ਹਾ ਤੇ ਸ਼ਰਾਬ ਪੀਣਾ ਬੈਨ ਹੋਵੇ ਤੇ ਦੁਕਾਨ ਦੇ ਅੰਦਰ ਉਹਦਾ ਕਾਊਂਟਰ ਹੋਣਾ ਚਾਹੀਦਾ ਹੈ। ਹੁਣ ਜਿਹੜੀ ਨਵੀਂ ਸ਼ਰਾਬ ਨੀਤੀ ਲਾਗੂ ਹੋਣ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਕਿਹਾ ਸੀਗਾ ਕਿ 27% ਸਾਨੂੰ ਰੈਵਨਿਊ ਵੱਧ ਆਇਆ ਤੇ 7900 ਕਰੋੜ ਰੁਪਈਆ ਸਰਕਾਰ ਦੇ ਖਜ਼ਾਨੇ ਦੇ ਵਿੱਚ ਆਇਆ ਹੈ। ਹੁਣ ਦਿੱਲੀ ਦੇ ਵਿੱਚ 6 ਮਹੀਨਿਆਂ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਜਿਹੜੀ ਅੱਧੀ ਰਹਿ ਗਈ। ਨਵੀਂ ਨੀਤੀ ਲਾਗੂ ਹੋਈ, ਸ਼ਰਾਬ ਦੀਆਂ ਦੁਕਾਨਾਂ 849 ਹੋ ਗਈਆਂ। ਮਈ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ 849 ਤੋਂ ਘੱਟ ਕੇ 649 ਰਹਿ ਗਈ। 1 ਮਹੀਨੇ ਬਾਅਦ ਜੂਨ ਦੇ ਵਿੱਚ ਦੁਕਾਨਾਂ ਦੀ ਗਿਣਤੀ ਘੱਟ ਕੇ 464 ਹੋ ਗਈ ਔਰ ਜ਼ਿਆਦਾਤਰ ਸ਼ਰਾਬ ਦੀਆਂ ਦੁਕਾਨਾਂ ਆਰਥਿਕ ਨੁਕਸਾਨ ਦੀ ਵਜ੍ਹਾ ਨਾਲ ਬੰਦ ਹੋ ਗਈਆਂ। ਤੇ ਬੀਜੇਪੀ ਨੇ ਕਿਹਾ ਸੀਗਾ ਸਕੂਲਾਂ ਤੇ ਮੰਦਰਾਂ ਦੇ ਆਸ-ਪਾਸ ਔਰ ਉਹਨਾਂ ਇਲਾਕਿਆਂ ਦੇ ਵਿੱਚ ਦੁਕਾਨਾਂ ਜਿਹੜੀਆਂ ਖੋਲੀਆਂ ਗਈਆਂ। ਲੇਕਿਨ 2 ਮਈ 2022 ਨੂੰ ਦਿੱਲੀ ਸਰਕਾਰ ਦੇ ਮੰਤਰੀਆਂ ਦਾ ਇੱਕ ਗਰੁੱਪ ਜਿਹੜਾ ਹੈਗਾ ਗਰੁੱਪ ਆਫ ਮਿਨਿਸਟਰ ਜਿਹਨੂੰ GOM ਕਿਹਾ ਜਾਂਦਾ ਹੈ, ਉਹਨਾਂ ਨੇ ਇੱਕ ਨਵੀਂ ਸ਼ਰਾਬ ਨੀਤੀ ਦੀ ਸੋਧੀ ਹੋਈ ਪਾਲਿਸੀ ਦੀ ਸਿਫਾਰਿਸ਼ ਕੀਤੀ ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਵੀ ਸ਼ਰਾਬ ਦੀ ਜਿਹੜੀ ਹੋਮ ਡਿਲੀਵਰੀ ਸਵੇਰੇ 3 ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਤੇ ਵੈਂਡਰ ਨੂੰ ਅਨਲਿਮਟਿਡ ਡਿਸਕਾਊਂਟ ਦੇਣ ਦੀ ਗੱਲ ਕਹੀ ਗਈ ਸੀ। ਔਰ ਜਿਹੜੇ ਮੰਤਰੀ ਗਰੁੱਪ ਦੀ ਸਿਫਾਰਿਸ਼ ਤੋਂ ਬਾਅਦ ਇਸ ਨੀਤੀ ਨੂੰ ਦੀ ਜਾਂਚ ਜਿਹੜੀ ਉਹ ਦਿੱਲੀ ਦੇ ਚੀਫ ਸੈਕਟਰੀ ਨਰੇਸ਼ ਕੁਮਾਰ ਵੱਲੋਂ ਕੀਤੀ ਜਾਣੀ ਸੀ, ਲੇਕਿਨ ਐਕਸਾਈਜ਼ ਵਿਭਾਗ ਦੇ ਵੱਲੋਂ ਜਿਹੜਾ ਮਤਾ ਮਿਲਿਆ ਤੇ ਚੀਫ ਸੈਕਟਰੀ ਨੇ ਦਿੱਲੀ ਦੀ ਨਵੀਂ ਸ਼ਰਾਬ ਨੀਤੀ ਦੇ ਵਿੱਚ ਬਹੁਤ ਸਾਰੀਆਂ ਗੜਬੜੀਆਂ ਤੇ ਬਹੁਤ ਸਾਰੀਆਂ ਖਾਮੀਆਂ ਪਾਈਆਂ। ਔਰ ਚੀਫ ਸੈਕਟਰੀ ਨੇ ਫਿਰ ਐਕਸਾਈਜ਼ ਵਿਭਾਗ ਦੇ ਮੰਤਰੀ ਜਿਹੜੇ ਸਿਸੋਦੀਆ ਨੂੰ 8 ਜੁਲਾਈ ਨੂੰ ਇੱਕ ਰਿਪੋਰਟ ਭੇਜ ਕੇ ਜਵਾਬ ਮੰਗਿਆ ਔਰ ਇਸੇ ਦਿਨ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਜਿਹੜੇ VK ਸਕਸੈਨਾ ਦੀ ਰਿਪੋਰਟ ਵੀ ਭੇਜੀ ਗਈ। ਔਰ ਮੀਡੀਆ ਦੇ ਵਿੱਚ ਜਿਹੜੀਆਂ ਰਿਪੋਰਟਾਂ ਆਈਆਂ ਉਹਦੇ 'ਚ ਹੋਇਆ ਕਿ ਚੀਫ ਸੈਕਟਰੀ ਨੇ ਦਿੱਲੀ ਪੁਲਿਸ ਦਾ ਜਿਹੜਾ ਆਰਥਿਕ ਅਪਰਾਧ ਸ਼ਾਖਾ ਹੈ EOW ਇਕਨੋਮਿਕਸ ਆਫੈਂਸ ਵਿੰਗ, ਉਹਨੂੰ ਨਵੀਂ ਸ਼ਰਾਬ ਨੀਤੀ ਦੇ ਵਿੱਚ ਭ੍ਰਿਸ਼ਟਾਚਾਰ, ਗਰੁੱਪਬਾਜ਼ੀ ਤੇ ਸ਼ਰਾਬ ਦੇ ਕਾਰੋਬਾਰੀਆਂ ਦੇ ਵਿੱਚ ਏਕਾਧਿਕਾਰ ਯਾਨੀ ਇੱਕੋ ਹੀ ਬੰਦੇ ਨੂੰ ਫਾਇਦਾ ਦੇਣਾ, ਇਹਨਾਂ ਦੋਸ਼ਾਂ ਦੀ ਜਾਂਚ ਕਰਨ ਦੇ ਲਈ ਕਿਹਾ ਗਿਆ ਸੀ। ਔਰ 15 ਦਿਨਾਂ ਦੇ ਵਿੱਚ ਐਕਸਾਈਜ਼ ਵਿਭਾਗ ਦੀਆਂ ਮੀਟਿੰਗਾਂ ਜਿਹੜੀਆਂ ਡਿਜੀਟਲ ਵੀਡੀਓ ਰਿਕਾਰਡਿੰਗ ਯਾਨੀ ਜਿਹੜਾ DVR ਹੈ ਉਹਦੇ ਰਾਹੀਂ ਹੋਈਆਂ ਔਰ 11-12 ਜੁਲਾਈ ਦੀ ਮੀਟਿੰਗ ਹੈ ਜਿਹੜੀ ਸਵੇਰੇ 5 ਵਜੇ ਤੱਕ ਚੱਲੀ। ਇਸ ਤੋਂ ਬਾਅਦ EWO ਨੇ ਦਿੱਲੀ ਐਕਸਾਈਜ਼ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਨੂੰ ਇੱਕ ਨੋਟਿਸ ਜਾਰੀ ਕੀਤਾ ਔਰ ਨੋਟਿਸ ਜਾਰੀ ਕਰਨ ਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਡਾਕੂਮੈਂਟ ਦੇਣ ਨੂੰ ਆਖਿਆ ਜਿਨ੍ਹਾਂ ਨੂੰ ਜਮ੍ਹਾਂ ਕਰਾਉਣਾ ਸੀ, ਲੇਕਿਨ ਐਕਸਾਈਜ਼ ਵਿਭਾਗ ਦੇ ਜਿਹੜੇ ਐਡੀਸ਼ਨਲ ਅਧਿਕਾਰੀ ਨੇ ਉਹਨਾਂ ਨੇ ਇਸ ਸ਼ਰਾਬ ਵਪਾਰੀ ਦੇ ਵਿੱਚ ਏਕਾਧਿਕਾਰ ਤੇ ਗਰੁੱਪਬਾਜ਼ੀ ਨੂੰ ਰੋਕਣ ਲਈ ਜਿਹੜੀ ਅਪਣਾਈ ਗਈ ਪ੍ਰਕਿਰਿਆ ਨੂੰ ਆਊਟਲਾਈਨ ਵੀ ਇਹਦੀ ਮੰਗੀ ਗਈ ਸੀ।
ਉਪ ਰਾਜਪਾਲ ਦਿੱਲੀ ਦੇ ਜਿਹੜੇ ਨੇ ਤੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਜਿਹੜੀ ਸੌਂਪੀ ਗਈ ਰਿਪੋਰਟ ਦੇ ਅਨੁਸਾਰ ਸਿਸੋਦੀਆ ਨੇ ਉਪ ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ ਸ਼ਰਾਬ ਨੀਤੀ ਦੇ ਵਿੱਚ ਬਦਲਾਅ ਕੀਤਾ। ਇੱਕ ਤਾਂ ਇਹ ਦੋਸ਼ ਹੈਗਾ ਵੀ ਉਪ ਰਾਜਪਾਲ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਸੌਂਪੀ ਗਈ ਰਿਪੋਰਟ ਦੇ ਅਨੁਸਾਰ ਮਨੀਸ਼ ਸਿਸੋਦੀਆ ਦਿੱਲੀ ਦੇ ਮੁੱਖ ਮੰਤਰੀ ਨੇ ਉਪ ਰਾਜਪਾਲ ਦੀ ਮਨਜ਼ੂਰੀ ਨਹੀਂ ਲਈ ਤੇ ਸ਼ਰਾਬ ਨੀਤੀ ਦੇ ਵਿੱਚ ਬਦਲਾਅ ਕਰ ਦਿੱਤਾ। ਦੂਜਾ, ਕਰੋਨਾ ਮਹਾਮਾਰੀ ਦੇ ਨਾਮ ਦੇ ਉੱਤੇ 144 ਕਰੋੜ ਰੁਪਏ ਦੀ ਜਿਹੜੀ ਟੈਂਡਰ ਲਾਇਸੈਂਸ ਫੀਸ ਸੀਗੀ ਉਸ ਨੂੰ ਮਾਫ ਕਰ ਦਿੱਤਾ। ਇੱਕ ਇਹਨਾਂ ਦੇ ਦੋਸ਼ ਹੈ ਕਿ ਇਸ ਦੇ ਵਿੱਚ ਸ਼ਰਾਬ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਇਆ ਗਿਆ ਵੀ ਤੁਸੀਂ 150 ਕਰੋੜ ਰੁਪਈਆ ਟੈਂਡਰ ਲਾਇਸੈਂਸ ਫੀਸ ਹੈ ਜਿਹੜੀ ਕਰੋਨਾ ਮਹਾਮਾਰੀ ਦੇ ਨਾਮ ਦੇ ਉੱਤੇ ਠੇਕੇਦਾਰਾਂ ਨੂੰ ਤੁਸੀਂ ਮਾਫ ਕਰ ਰਹੇ ਹੋ, ਤਾਂ ਇਹਦਾ ਮਤਲਬ ਕੀ ਹੈਗਾ। ਦੂਜਾ, ਇਹਦੇ 'ਚ ਇਹ ਦੋਸ਼ ਲੱਗਿਆ ਕਿ ਇਹਦੇ ਤੋਂ ਜਿਹੜਾ 144 ਕਰੋੜ ਰੁਪਈਆ ਮਾਫ ਕੀਤਾ ਹੈ, ਇਹਦੇ ਤੋਂ ਜਿਹੜਾ ਕਮਿਸ਼ਨ ਮਿਲਿਆ ਉਹਦਾ ਇਸਤੇਮਾਲ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀਤਾ। ਔਰ ਇਹ ਰਿਪੋਰਟ ਦੇ ਵਿੱਚ ਇਹ ਵੀ ਦੋਸ਼ ਲੱਗਿਆ ਕਿ ਸਿਸੋਦੀਆ ਨੇ ਵਿਦੇਸ਼ੀ ਸ਼ਰਾਬ ਦੀ ਕੀਮਤ ਦੇ ਵਿੱਚ ਸੁਧ ਕਰਕੇ ਤੇ ਬੀਅਰ ਦੇ ਪ੍ਰਤੀ ਕੇਸ ਦੇ ਉੱਤੇ 50 ਰੁਪਏ ਦਾ ਇੱਕ ਇੰਪੋਰਟ ਟੈਕਸ ਜਿਹੜਾ ਉਹਨੂੰ ਹਟਾ ਕੇ ਸ਼ਰਾਬ ਦੇ ਲਾਇਸੈਂਸੀ ਆਪਣੇ ਜਿਹੜੇ ਸ਼ਰਾਬ ਦੇ ਲਾਇਸੈਂਸੀ ਕਾਰੋਬਾਰ ਸੀਗੇ ਉਹਨਾਂ ਦਾ ਬਚਾ ਦਿੱਤਾ। ਔਰ ਇਹਦੇ 'ਚ ਵਿਦੇਸ਼ੀ ਸ਼ਰਾਬ ਤੇ ਜਿਹੜੀ ਬੀਅਰ ਹੈ ਉਹ ਯਾਨੀ ਖੁਦਰਾ ਜਿਹੜੀ ਰਿਟੇਲ ਮਾਰਕੀਟ ਹੈ ਉਹਦੇ ਤੋਂ ਸਸਤੀ ਹੋ ਗਈ। ਇਹਦੇ ਨਾਲ ਸੂਬੇ ਸਰਕਾਰ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਿਆ, ਅਧਿਕਾਰੀਆਂ ਦਾ ਇਹ ਕਹਿਣਾ ਹੈ। ਹੁਣ ਜੇ ਪਹਿਲਾਂ ਤੋਂ ਲਾਗੂ ਕੀਤੀ ਨੀਤੀ ਦੇ ਵਿੱਚ ਕੋਈ ਬਦਲਾਅ ਹੁੰਦਾ ਹੈ ਤਾਂ ਪਹਿਲਾਂ ਐਕਸਾਈਜ਼ ਵਿਭਾਗ ਉਸ ਨੂੰ ਕੈਬਨਿਟ ਦੇ ਸਾਹਮਣੇ ਰੱਖਦਾ ਹੈ, ਫਿਰ ਉਹਨੂੰ ਮਨਜ਼ੂਰੀ ਦੇ ਲਈ ਉਪ ਰਾਜਪਾਲ ਦੇ ਕੋਲ ਭੇਜਦਾ ਹੈ, ਫਿਰ ਕੈਬਨਿਟ ਤੇ ਉਪ ਰਾਜਪਾਲ ਦੀ ਮਨਜ਼ੂਰੀ ਦੇ ਬਿਨਾਂ ਜਿਹੜਾ ਬਦਲਾਅ ਕੀਤਾ ਜਾਂਦਾ ਹੈ ਇਹ ਨਜਾਇਜ਼ ਮੰਨਿਆ ਜਾਂਦਾ ਹੈ। ਔਰ ਦਿੱਲੀ ਦੇ ਵਿੱਚ ਜਿਹੜਾ ਐਕਸਾਈਜ਼ ਰੂਲ ਹੈ 2010 ਜਾਂ ਟ੍ਰਾਂਜੈਕਸ਼ਨ ਆਫ ਬਿਜ਼ਨਸ ਰੂਲ 1993 ਦੀ ਇਹਦੇ 'ਚ ਉਲੰਘਣਾ ਹੈਗੀ ਹੈ। ਮਨੀਸ਼ ਸਿਸੋਦੀਆ ਨੇ ਸ਼ਰਾਬ ਦੇ ਮਾਫੀਆ ਨੂੰ ਫਾਇਦਾ ਪਹੁੰਚਾਉਣ ਦਾ ਜਿਹੜਾ ਕੰਮ ਕੀਤਾ ਔਰ ਸਰਕਾਰੀ ਖਜ਼ਾਨੇ ਦਾ ਜਿਹੜਾ ਭਾਰੀ ਨੁਕਸਾਨ ਹੋਇਆ। ਰਿਪੋਰਟ ਦੇ ਵਿੱਚ ਸ਼ਰਾਬ ਦੀ ਉਤਪਾਦਨ, ਹੋਲਸੇਲ ਤੇ ਇਹਨੂੰ ਵੇਚਣ ਦਾ ਜੁੜਿਆ ਹੋਇਆ ਕੰਮ ਇੱਕੋ ਹੀ ਵਿਅਕਤੀ ਨੂੰ ਦਿੱਤੇ ਜਾਣ ਦੇ ਉੱਤੇ ਵੀ ਸਵਾਲ ਖੜਾ ਹੋਇਆ। ਔਰ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਰਾਜਪਾਲ VK ਸਕਸੈਨਾ ਨੇ ਕੇਜਰੀਵਾਲ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਜਿਹੜੀ 2021-22 ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ CBI ਦੀ ਜਾਂਚ ਦੀ ਸਿਫਾਰਿਸ਼ ਕੀਤੀ ਸੀ ਤੇ CBI ਨੇ 19 ਜੁਲਾਈ ਨੂੰ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਿਵਾਸ ਸਥਾਨ ਤੇ 21 ਥਾਵਾਂ ਤੇ ਛਾਪੇਮਾਰੀ ਕੀਤੀ ਤੇ 8:30 ਵਜੇ ਸਿਸੋਦੀਆ ਦੇ ਘਰ CBI ਪਹੁੰਚੀ ਸੀ। ਹੁਣ ਐਕਸਾਈਜ਼ ਦੇ ਜਿਹੜੇ ਡਿਪਟੀ ਕਮਿਸ਼ਨਰ ਜਿਹੜੇ ਅਧਿਕਾਰੀ ਰਹੇ ਨੇ, ਜਿਹਦੇ 'ਚ ਆਨੰਦ ਤਿਵਾੜੀ ਨੇ, ਆਬਕਾਰੀ ਕਮਿਸ਼ਨਰ ਨੇ RP ਗੋਪੀ ਕ੍ਰਿਸ਼ਨ, ਕੁਲਜੀਤ ਸਿੰਘ, ਸੁਭਾਸ਼ ਰੰਜਨ, ਉਹਨਾਂ ਦੇ ਘਰ ਦੇ ਉੱਤੇ ਵੀ CBI ਨੇ ਛਾਪੇਮਾਰੀ ਕੀਤੀ ਔਰ ਸ਼ਰਾਬ ਨੀਤੀ ਘੁਟਾਲੇ ਦੇ ਦੋਸ਼ਾਂ ਨੂੰ ਲੈ ਕੇ CBI ਨੇ ਮੁਕੱਦਮਾ ਵੀ ਦਰਜ ਕੀਤਾ ਤੇ ਸਿਸੋਦੀਆ ਤੋਂ ਇਲਾਵਾ 4 ਲੋਕਾਂ ਦੇ ਖਿਲਾਫ ਹੋਰ ਜਿਹੜੇ ਨਾਮ ਦਰਜ ਕੀਤੇ। ਹੁਣ ਸੂਬਿਆਂ ਦੀ 100 ਰੁਪਏ ਕਮਾਈ ਦਾ ਕਿੰਨਾ ਹਿੱਸਾ ਸ਼ਰਾਬ ਦੇ ਵਿੱਚ ਜਾਂਦਾ ਹੈ? ਇਹਦੇ 'ਚ ਕਰਨਾਟਕ ਦੇ ਵਿੱਚ 14 ਰੁਪਏ 27 ਪੈਸੇ, ਦਿੱਲੀ ਦੇ ਵਿੱਚ 11 ਰੁਪਏ 31 ਪੈਸੇ, ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ 7 ਰੁਪਏ 35 ਪੈਸੇ। ਇਹ ਸਾਰਾ ਜਿਹੜਾ ਡਿਟੇਲ ਹੈ ਇਹ ਸੂਬਿਆਂ ਦੀ 100 ਰੁਪਏ ਕਮਾਈ ਦਾ ਕਿੰਨਾ ਹਿੱਸਾ ਸ਼ਰਾਬ ਦੇ ਵਿੱਚ ਜਾਂਦਾ ਹੈ ਇਹਦੀ ਇੱਕ ਜਾਣਕਾਰੀ ਜਿਹੜੀ ਡਿਟੇਲ ਹੈ ਉਹ ਮੈਂ ਤੁਹਾਨੂੰ ਇਸੇ ਲਈ ਦੱਸ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਖਬਰ ਹੈ ਇਹ ਬਹੁਤ ਵੱਡੇ ਪੱਧਰ ਤੇ ਜਿਹੜੀ ਹੈ ਪ੍ਰਸਾਰਿਤ ਹੋਣੀ ਹੈ, ਕਿਉਂਕਿ CBI ਨੇ ਸਿਸੋਦੀਆ ਨੂੰ ਐਕਸਾਈਜ਼ ਪਾਲਿਸੀ ਦੇ ਦੋਸ਼ੀ ਦੱਸਿਆ। ਸਰਕਾਰੀ ਦੁਕਾਨਾਂ ਬੰਦ ਕਰਨ ਤੇ 144 ਕਰੋੜ ਰੁਪਏ ਦੀ ਟੈਂਡਰ ਫੀਸ ਹੈ ਜਿਹੜੀ ਉਹ ਬੰਦ ਕਰਨ ਦੀ ਗੱਲ ਕਹੀ ਹੈ। ਲੇਕਿਨ ਇਹਦੇ 'ਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਏਗਾ ਕਿ ਵਾਕਈ CBI ਇਹ ਸਾਰੇ ਕੇਸ ਹੈ ਜਿਹੜੇ ਜਾਂ ਜਿਹੜੇ ਇਲਜ਼ਾਮ ਲੱਗੇ ਨੇ ਮਨੀਸ਼ ਸਿਸੋਦੀਆ ਦੇ ਉੱਤੇ ਇਹਨਾਂ ਨੂੰ ਸਿੱਧ ਕਰ ਪਾਏਗੀ ਜਾਂ ਨਹੀਂ। ਹੁਣ ਪੰਜਾਬ ਦੇ ਵਿੱਚ ਪੁਲਿਸ ਨੇ ਪ੍ਰੈਸ ਨੋਟ ਦਿੱਤਾ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਪਿੱਛੇ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਮਾਸਟਰਮਾਈਂਡ ਸੀ। ਇਹਨਾਂ ਨੇ ਉਹਨਾਂ ਦੇ ਚਾਰਜ ਵੀ ਲਾਏ ਆ ਜਾਂ ਵੈਸੇ ਹੀ ਪ੍ਰੈਸ ਬਿਆਨ ਦਿੱਤਾ ਹੈ? ਨਹੀਂ, ਉਹਨਾਂ ਦੇ ਚਾਰਜ ਵੀ ਲੱਗੇ ਨੇ। ਉਹਨਾਂ ਦੇ ਵਿੱਚ ਇੱਕ ਨਵਾਂ ਕੇਸ ਬੜਾ ਖੁੱਲ੍ਹ ਕੇ ਸਾਹਮਣੇ ਆਇਆ ਹੈ। ਸਿਸੋਦੀਆ ਦੀ ਰੇਡ ਦੀ ਆਪਾਂ ਗੱਲ ਕਰ ਲਈਏ ਤਾਂ ਇਹਦੀ ਜਿਹੜੀ ਅੱਗ ਹੈ ਉਹ ਪੰਜਾਬ ਵੀ ਪਹੁੰਚੀ ਹੋਈ ਹੈ। ਪ੍ਰਗਟ ਸਿੰਘ MLA ਜਿਹੜੇ ਉਹ ਕਹਿ ਰਹੇ ਆ ਕਿ ਲੈਫਟੀਨੈਂਟ ਗਵਰਨਰ ਨੇ CBI ਨੂੰ ਜਾਂਚ ਦੇ ਲਈ ਕਿਹਾ ਤੇ ਦਿੱਲੀ ਦੇ ਵਿੱਚ ਜੇਕਰ ਐਕਸਾਈਜ਼ ਪਾਲਿਸੀ ਦੀ ਪਾਰਦਰਸ਼ੀ ਜਾਂਚ ਹੋਵੇ, ਟਰਾਂਸਪੇਰੈਂਸੀ, ਤੇ ਇਹਦੇ 'ਚ ਕੋਈ ਬੁਰਾਈ ਨਹੀਂ। ਏਜੰਸੀਆਂ ਦੀ ਦੁਰਵਰਤੋਂ ਹੋਣੀ ਗਲਤ ਹੈ ਲੇਕਿਨ ਤੱਥ ਸਾਹਮਣੇ ਆਉਣੇ ਚਾਹੀਦੇ। ਹੁਣ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਉਹਦੇ 'ਚ ਸਿੱਧੂ ਮੂਸੇਵਾਲੇ ਦਾ ਜਿਹੜਾ ਨਾਮ ਜੱਗੂ ਭਗਵਾਨਪੁਰੀਏ ਦੀ ਗੱਲ ਕਰ ਰਹੇ ਹੋ ਉਹ ਚਾਰਜ ਸ਼ੀਟ ਜਿਹੜੀ ਉਹ ਦਾਇਰ ਹੋ ਰਹੀ ਹੈ। ਉਹਦੇ 'ਚ ਕਾਫੀ ਨਾਮ ਲਾਰੈਂਸ ਬਿਸ਼ਨੋਈ ਤੇ ਆਪਣਾ ਦੂਸਰੇ ਬੰਦੇ ਦਾ ਨਾਮ ਜਿਹੜਾ ਤੁਸੀਂ ਜੱਗੂ ਭਗਵਾਨਪੁਰੀਆ ਤੇ 15 ਬੰਦਿਆਂ ਦੇ ਨਾਮ ਹੋਰ ਆ ਰਹੇ।
ਸੰਯੁਕਤ ਕਿਸਾਨ ਮੋਰਚੇ ਨੇ ਹੁਣ ਪਾਣੀਆਂ ਦੇ ਮੁੱਦੇ ਤੇ ਫੇਰ ਅੰਦੋਲਨ ਕੀਤਾ। ਹੁਣ ਪਾਣੀਆਂ ਦਾ ਕੀ ਮਸਲਾ ਹੈ? 3 ਦਿਨਾਂ ਦਾ ਜਿਹੜਾ ਧਰਨਾ ਰੱਖਿਆ ਗਿਆ ਸੀਗਾ, ਉਹ 3 ਦਿਨਾਂ ਦੇ ਧਰਨੇ ਦੇ ਮੱਦੇਨਜ਼ਰ ਪੰਜਾਬ ਤੋਂ ਕਿਸਾਨ ਜਿਹੜੇ ਨੇ 72 ਘੰਟਿਆਂ ਦੇ ਧਰਨੇ ਤੇ ਪਹੁੰਚੇ ਹੋਏ ਨੇ ਲਖੀਮਪੁਰ ਖੀਰੀ। ਔਰ ਉਹ ਪੁਰਾਣੇ ਮਸਲੇ ਨੇ ਜਿਹਦੇ 'ਚ ਇਹਨਾਂ ਨੇ ਦੇਸ਼ ਵਿਆਪੀ ਅੰਦੋਲਨ ਦੇ ਲਈ ਗੱਲ ਕੀਤੀ ਗਈ, ਤੇ ਹੁਣ ਲਖੀਮਪੁਰ ਖੀਰੀ ਦੇ ਵਿੱਚ 72 ਘੰਟਿਆਂ ਦੇ ਧਰਨੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਰੱਖੇ ਸ਼ਿਕਾਇਤ ਹੈ, ਉਹਨਾਂ ਨੇ ਆਖਿਆ ਕਿ ਦੇਸ਼ ਵੱਡੇ ਅੰਦੋਲਨ ਦੇ ਲਈ ਤਿਆਰ ਰਵੇ। ਤੇ ਨਾਲ ਹੀ ਉਹਨਾਂ ਨੇ ਇਸ ਅੰਦੋਲਨ ਦੀ ਗੱਲ ਕੀਤੀ ਹੈ SKM ਦੇ ਆਗੂਆਂ ਨੇ ਕਿ ਜਿਹੜਾ ਧਰਨਾ ਸ਼ੁਰੂ ਹੋ ਚੁੱਕਾ ਹੈ। SKM ਦੇ ਆਗੂ ਮੈਂਬਰ ਜਿਹੜੇ ਦਰਸ਼ਨਪਾਲ ਨੇ, ਜੋਗਿੰਦਰ ਯਾਦਵ ਨੇ, ਸਮਾਜ ਸੇਵੀ ਮੇਧਾ ਪਾਟੇਕਰ ਨੇ, ਹੋਰ ਵੀ ਆਗੂ ਸ਼ਾਮਲ ਹੋਏ। ਤੇ ਪਾਣੀਆਂ ਦੀ ਵੰਡ ਦਾ ਮੁੱਦਾ ਹੈਗਾ। ਦੂਸਰਾ, ਲਖੀਮਪੁਰ ਖੀਰੀ ਦੇ ਵਿੱਚ ਜਿਹੜੇ 4 ਵਿਅਕਤੀਆਂ ਨੂੰ ਦਰੜ ਕੇ ਮਾਰ ਦਿੱਤਾ ਗਿਆ ਸੀਗਾ, ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਵੀ ਇਸ ਮੋਰਚੇ ਵਿੱਚ ਕਹੀ ਜਾ ਰਹੀ ਹੈ। 75 ਘੰਟਿਆਂ ਦਾ 72 ਘੰਟਿਆਂ ਦਾ ਧਰਨਾ ਜਿਹੜਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ, ਜਿਹੜਾ ਕੱਲ ਸ਼ਾਮ ਤੱਕ ਸਮਾਪਤ ਹੋਵੇਗਾ। ਹੁਣ ਪੰਜਾਬ ਸਰਕਾਰ ਨੇ 15 ਅਗਸਤ ਨੂੰ ਮੁਹੱਲਾ ਕਲੀਨਿਕਸ ਲਾਂਚ ਕੀਤੀਆਂ ਹੈ ਤੇ ਰੋਪੜ ਦੇ ਵਿੱਚ ਉਹਨਾਂ ਦਾ ਡਾਕਟਰ ਵੀ ਚਲਾ ਗਿਆ ਪਹਿਲਾਂ ਹੀ 2 ਦਿਨਾਂ ਬਾਅਦ ਹੀ। ਹਾਂਜੀ, ਰੋਪੜ ਤੋਂ ਪਹਿਲਾਂ 2 ਥਾਵਾਂ ਦੇ ਉੱਤੇ ਫਾਰਮਾਸਿਸਟ ਨਹੀਂ ਸੀ ਪਹੁੰਚਿਆ ਤੇ ਉਸ ਬੰਦੇ ਨੇ ਰਿਜ਼ਾਈਨ ਕਰ ਦਿੱਤਾ। ਉਹਨੇ ਆਖਿਆ ਕਿ ਕੰਮ ਬਹੁਤ ਜ਼ਿਆਦਾ ਹੈਗਾ। ਤੇ ਦੂਜਾ, ਉਹਨੇ ਆਖਿਆ ਕਿ ਜਿਹੜੀਆਂ ਸਹੂਲਤਾਂ ਮੈਨੂੰ ਇੱਥੇ ਮਿਲ ਰਹੀਆਂ, ਇਸ ਤੋਂ ਵਧੀਆ ਸਹੂਲਤਾਂ ਮੈਨੂੰ ਹੋਰ ਕਿਤੇ ਮਿਲ ਰਹੀਆਂ, ਉਹਨੇ ਰਿਜ਼ਾਈਨ ਕਰ ਦਿੱਤਾ। ਔਰ ਕਈ ਥਾਵਾਂ ਦੇ ਉੱਤੇ ਇੰਟਰਨੈਟ ਦੀ ਥੋੜੀ ਦਿੱਕਤ ਆਈ ਹੈ, ਲੇਕਿਨ ਹੁਣ ਮੌਜੂਦਾ ਸਮੇਂ ਦੇ ਉੱਤੇ ਸਿਹਤ ਵਿਭਾਗ ਕਹਿ ਰਿਹਾ ਹੈ ਕਿ ਅਸੀਂ ਉਹਨਾਂ ਵਿਅਕਤੀਆਂ ਦੀ ਚੋਣ ਪਹਿਲਾਂ ਕਰ ਲਈ ਹੈ, ਬੈਕਐਂਡ ਤੇ ਰੱਖਿਆ ਹੋਇਆ ਹੈ। ਕਿਤੇ ਥੋੜੀਆਂ ਬਹੁਤੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਜਾਣਗੀਆਂ, ਅਸੀਂ ਉਹਨਾਂ ਨੂੰ ਜਲਦੀ ਹੱਲ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁਹੱਲਾ ਕਲੀਨਿਕਾਂ ਦੀ ਜਿਹੜੀ ਸਾਲਾਨਾ ਰਿਪੋਰਟ ਹੈ, ਜਿਹੜੀ ਮੰਥਲੀ ਰਿਪੋਰਟ ਹੈ, ਉਹ ਵੀ ਨਸ਼ਰ ਕੀਤੀ ਜਾਊਗੀ। ਤੇ ਬਹੁਤੇ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਮੁਹੱਲਾ ਕਲੀਨਿਕ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ, ਜਿੱਥੇ ਦਵਾਈਆਂ ਮੁਫਤ ਮਿਲ ਰਹੀਆਂ ਨੇ ਔਰ ਉੱਥੇ ਨਾਲ ਹੀ ਉਹਨਾਂ ਦੇ ਜਿਹੜੇ ਟੈਸਟ ਹੈ ਉਹ ਵੀ ਮੁਫਤ ਉਹਨਾਂ ਦੇ ਹੋ ਰਹੇ ਨੇ। ਹੁਣ ਇੱਕ ਪਾਸੇ ਮੁਹੱਲਾ ਕਲੀਨਿਕਸ ਦੀ ਗੱਲ ਕਰ ਰਹੇ ਕਿ ਦਿੱਲੀ ਦਾ ਮਾਡਲ ਹੈ। ਇੱਕ ਸਾਡਾ ਬੜਾ ਪੁਰਾਣਾ ਹਸਪਤਾਲ ਹੈ ਅੰਮ੍ਰਿਤਸਰ ਦੇ ਵਿੱਚ, ਉਹਦੀ ਬੜੀ ਲੰਬੀ ਚੌੜੀ ਰਿਪੋਰਟ ਛਪੀ ਹੈ ਹਿੰਦੁਸਤਾਨ ਟਾਈਮਜ਼ ਦੇ ਵਿੱਚ, ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ। ਉਹ ਕਹਿੰਦੇ ਕਿ ਉੱਥੇ ਡਾਕਟਰ ਨਹੀਂ ਹੈ, ਨਰਸਾਂ ਹੈ ਨਹੀਂ ਹੈ, ਕਲੀਨ ਅਪ ਦਾ ਜਿਹੜੇ ਚੌਥੇ ਦਰਜੇ ਦੇ EMPLOYE ਹੈ ਨਹੀਂ ਹੈ, ਅਵਾਰਾ ਕੁੱਤੇ ਤੁਰੇ ਫਿਰਦੇ ਆ, ਉਹਦੀ ਖਸਤਾ ਹਾਲਤ ਹੈ। ਤੇ ਹੁਣ ਮੁਹੱਲਾ ਕਲੀਨਿਕਸ ਬਾਰੇ ਰੌਲਾ ਪਾ ਰਹੇ ਆ। ਪੁਰਾਣੇ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਕੀ ਹੋਇਆ? ਬਿਲਕੁਲ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਹਸਪਤਾਲ ਹੈ, ਮੈਂ ਦੇਖਿਆ ਹੈ, ਬਹੁਤ ਮਾੜੀ ਹਾਲਤ ਉਹਦੀ ਹੈਗੀ ਹੈ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਪੁਰਾਣੀ ਬਿਲਡਿੰਗ ਹੈ। ਹਾਲਾਂਕਿ ਜਦੋਂ OP ਸੋਨੀ ਮੰਤਰੀ ਸੀਗਾ ਤੇ ਉਦੋਂ ਵੀ ਮੈਨੂੰ ਬਹੁਤ ਉੱਥੋਂ ਜਿਹੜੇ MD ਕਰਦੇ ਸੀ ਬੱਚੇ ਉਹ ਮਿਲਦੇ ਰਹੇ ਹੈ। ਉਹ ਕਹਿੰਦੇ ਵੀ ਜੇ ਕਿਤੇ ਸਾਡੇ ਕੋਲ ਆ ਕੇ ਦੇਖੋ, ਬਲੱਡ ਬੈਂਕ ਦਾ ਵੀ ਬੁਰਾ ਹਾਲ ਹੈ, ਉੱਥੇ ਉਨੀਆਂ ਸਿਹਤ ਸਹੂਲਤਾਂ ਉਨੀਆਂ ਨਹੀਂ ਜਿੰਨੀਆਂ ਹੋਣੀਆਂ ਚਾਹੀਦੀਆਂ। ਹਾਲਾਂਕਿ ਮਾਝੇ ਦੇ ਵਿੱਚ 5 ਮੰਤਰੀ ਰਹੇ ਨੇ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਆਪਣੇ ਦੂਸਰਾ ਰਾਜ ਕੁਮਾਰ ਵੇਰਕਾ, OP ਸੋਨੀ। ਔਰ ਇਹਨਾਂ ਦੇ ਹੋਣ ਦੇ ਬਾਵਜੂਦ ਅੰਮ੍ਰਿਤਸਰ ਇੱਕ ਐਸਾ ਹੋਲੀ ਸਿਟੀ ਵੀ ਮੰਨਿਆ ਜਾ ਰਿਹਾ ਹੈ ਔਰ ਇੰਟਰਨੈਸ਼ਨਲ ਜਿਹੜੀ ਹਿਲ ਸਟੇਸ਼ਨ ਵੀ ਮੰਨਿਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਦੇ ਨਾਂ ਦੇ ਉੱਤੇ ਜਿਹੜਾ ਹਸਪਤਾਲ ਦਾ ਕਾਫੀ ਬੁਰਾ ਹਾਲ ਰਿਹਾ ਹੈ। ਔਰ ਹੁਣ ਡਾਕਟਰਾਂ ਨੇ ਕਿਹਾ ਕਿ ਅਸੀਂ ਆਪਣਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆਖਿਆ ਕਿ ਸਾਨੂੰ ਜਿਹੜਾ ਫੰਡ ਹੈ ਕੇਂਦਰ ਸਰਕਾਰ ਤੋਂ ਉਹ ਜਦੋਂ ਵੀ ਮਿਲਿਆ ਤੇ ਅਸੀਂ ਉਹਦੇ ਲਈ ਉਪਲਬਧ ਰਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੀਆਂ ਜਿਹੜੀਆਂ ਨਿਯੁਕਤੀਆਂ ਜਿੰਨੀ ਦੇਰ ਤੱਕ ਨਹੀਂ ਹੁੰਦੀਆਂ ਉਨੀ ਦੇਰ ਤੱਕ ਅਸੀਂ ਵਾਕ ਇਨ ਇੰਟਰਵਿਊ ਦੇ ਨਾਲ ਡਾਕਟਰਾਂ ਦਾ, ਪੈਰਾਮੈਡੀਕਲ ਸਟਾਫ ਦਾ ਜਿਹੜਾ ਉਹਦੀ ਭਰਤੀ ਕਰ ਰਹੇ ਹਾਂ। ਇਹ ਪਿਛਲੇ 6 ਮਹੀਨਿਆਂ ਤੋਂ ਇਹ ਮੁੱਦਾ ਉੱਠ ਰਿਹਾ ਸੀਗਾ ਤੇ ਹੁਣ ਜਦੋਂ ਮੁਹੱਲਾ ਕਲੀਨਿਕ ਖੁੱਲੇ ਨੇ ਤਾਂ ਉਦੋਂ ਵੀ ਇਹ ਗੱਲ ਉੱਠੀ ਹੈ ਵੀ ਤੁਸੀਂ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਨੇ ਜਾਂ ਜਿਹੜੇ ਸਿਵਲ ਹਸਪਤਾਲ ਨੇ ਵੈਸੇ ਬਣੇ ਹੋਏ ਪੁਰਾਣੇ, ਉਹਨਾਂ ਨੂੰ ਵੀ ਸੁਧਾਰੋ। ਹੁਣ ਸਰਕਾਰ ਕਹਿ ਰਹੀ ਹੈ ਕਿ ਅਸੀਂ ਡਾਕਟਰ ਭਰਤੀ ਕਰ ਰਹੇ ਹਾਂ ਬੜੀ ਜਲਦੀ ਤੇ ਸਾਨੂੰ ਡਾਕਟਰ ਮਿਲ ਨਹੀਂ ਰਹੇ ਕਿਉਂਕਿ ਕਮੀ ਵੀ ਹੈਗੀ ਹੈ, ਨਰਸਾਂ ਦੀ ਕਮੀ ਹੈਗੀ ਹੈ, ਡਾਕਟਰਾਂ ਦੀ ਕਮੀ ਹੈਗੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੇ ਕਿਹਾ ਕਿ ਅਸੀਂ ਇਹਦੇ ਵੱਲ ਵੀ ਸੁਧਾਰ ਕਰ ਰਹੇ ਹਾਂ, ਲੇਕਿਨ ਕਦੋਂ ਹੋਏਗਾ ਇਹ ਦੇਖਣਾ ਹੈ। ਹੁਣ ਜੇਲ੍ਹਾਂ ਦੇ ਵਿੱਚ ਕਲਾਸਰੂਮ ਲਾਉਣ ਦੀ ਗੱਲ ਕਰਦੇ ਆ, ਬਾਕੀ ਸਭ ਕੁਝ ਸੁਧਰ ਗਿਆ ਕਿ ਹੁਣ ਜੱਗੂ ਭਗਵਾਨਪੁਰੀਏ ਨੂੰ ਡਿਗਰੀ ਦਿਵਾਉਣੀ ਹੈ? ਇਹ ਬੜੈਲ ਜੇਲ੍ਹ ਤੋਂ ਪਹਿਲਾਂ ਸ਼ੁਰੂ ਹੋਇਆ ਸੀ। ਬੜੈਲ ਜੇਲ੍ਹ ਦੇ ਵਿੱਚ
ਬਲਬੀਰ ਸਿੰਘ ਢੋਲ ਜਦੋਂ ਜੇਲ੍ਹ ਸੁਪਰਡੈਂਟ ਸੀ ਤਾਂ ਉਹਨਾਂ ਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਨਾਲ ਇੱਕ ਟਾਈ ਅਪ ਕੀਤਾ ਸੀ। ਜਿਹੜੇ ਕੈਦੀਆਂ ਨੂੰ ਸਜ਼ਾ ਹੋਈ ਸੀ ਤੇ ਉਹਨਾਂ ਨੂੰ ਕਿਹਾ ਸੀ ਵੀ ਇਹਨਾਂ ਨੂੰ ਕੋਈ ਨਾ ਕੋਈ ਕੰਮ ਦਿੱਤਾ ਜਾਵੇ, ਕਿਉਂਕਿ ਉਹਨਾਂ ਨੂੰ ਸਜ਼ਾ ਯਾਫਤਾ ਜਿਹੜੇ ਹੁੰਦੇ ਉਹਨਾਂ ਨੂੰ ਦਿਹਾੜੀ ਵੀ ਦੇ ਦਿੱਤੀ ਜਾਂਦੀ ਹੈ। ਤੇ ਨਾਲ ਹੀ ਉਹਨਾਂ ਦੇ ਲਈ ਆਪਸ਼ਨ ਸੀ ਵੀ ਜਦੋਂ ਉਹ ਆਪਣੀ ਸਜ਼ਾ ਪੂਰੀ ਕਰਕੇ ਜਾਣਗੇ ਬਾਹਰ ਤਾਂ ਉਹ ਸਮਾਜ ਦੇ ਵਿੱਚ ਇੱਕ ਸੁਧਾਰਕ ਵਜੋਂ ਜਾਂ ਇੱਕ ਸਮਾਜ ਦੇ ਵਿੱਚ ਇੱਕ ਸੇਧ ਦੇਣ ਵਾਲੀ ਗੱਲ ਕਰਨਗੇ। ਤਾਂ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਉੱਤੋਂ ਬਰੈਲ ਜੇਲ੍ਹ ਦੇ ਵਿੱਚੋਂ ਕਾਫੀ ਜਿਹੜੇ ਕੈਦੀਆਂ ਨੇ, ਕੁਝ ਕੈਦੀਆਂ ਨੇ MA ਵੀ ਕਰ ਲਈ ਸੀ, BA ਵੀ ਕਰ ਲਈ ਸੀ, ਕਿਉਂਕਿ ਇਹ ਕੋਰਸਪੋਂਡੈਂਸ ਕੋਰਸ ਹੁੰਦੇ ਆ ਤੇ ਜੇਲ੍ਹ ਦੇ ਵਿੱਚ ਹੀ ਸੈਂਟਰ ਬਣ ਜਾਂਦਾ ਹੈ। ਉਸੇ ਤਰ੍ਹਾਂ ਦੇ ਉੱਤੇ ਪੰਜਾਬ ਦੀ ਸਰਕਾਰ ਨੇ ਇੱਕ ਨਵਾਂ ਫੈਸਲਾ ਕੀਤਾ। ਵੈਸੇ ਤਾਂ ਪਹਿਲਾਂ ਵੀ ਇਹ ਫੈਕਟਰੀਆਂ ਜਿਵੇਂ ਜੇਲ੍ਹਾਂ ਦੇ ਵਿੱਚ, ਜੇ ਤੁਸੀਂ ਜਾਓ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਦੇਖਣਾ ਹੋਵੇ ਤਾਂ ਜੇ ਤੁਸੀਂ ਬਿਸਕੁਟ ਵਗੈਰਾ ਜਾਂ ਕੋਈ ਭੁਜੀਆ ਪਾਪੜ ਜਾਂ ਕੋਈ ਨਮਕੀਨ ਖਾਣ ਦੇ ਸ਼ੌਕੀਨ ਹੋ ਜਾਂ ਤੁਸੀਂ ਹਲਵਾਈ ਦੀ ਕੋਈ ਜਿਹੜੀ ਮਠਿਆਈ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਲੁਧਿਆਣੇ ਦੀ ਜੇਲ੍ਹ 'ਚੋਂ ਮਿਲ ਜਾਏਗੀ। ਇਸੇ ਤਰ੍ਹਾਂ ਹੀ ਪਟਿਆਲੇ ਦੀ ਜੇਲ੍ਹ ਦੇ ਵਿੱਚ ਫਰਨੀਚਰ ਦੀ ਮਾਰਕੀਟ ਹੈਗੀ ਹੈ, ਉਹ ਫਰਨੀਚਰ ਬਣਦਾ ਉੱਥੇ। ਇਸੇ ਤਰ੍ਹਾਂ ਹੀ ਮੁਕਤਸਰ ਦੀ ਜੇਲ੍ਹ ਦੇ ਵਿੱਚ ਵੀ ਮੈਨੂੰ ਪਟਿਆਲਾ ਦਾ ਜੇਲ੍ਹ ਸੁਪਰਡੈਂਟ ਜਿਹੜੇ ਅੱਜ ਕੱਲ੍ਹ ਲੁਧਿਆਣੇ ਜੇਲ੍ਹ ਸੁਪਰਡੈਂਟ ਹੈ ਸ਼ਿਵਰਾਜ ਸਿੰਘ ਨੰਦਗੜ੍ਹ, ਜਹੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਬੇਟੇ, ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਕੋਈ ਸਾਨੂੰ ਪੇਪਰ ਮਿਲ ਜਿਹੜੀ ਮੁਕਤਸਰ ਦੇ ਵਿੱਚ ਹੈ, ਜੇ ਸਾਡੇ ਕੋਲੇ ਉਹ ਪੇਪਰ ਇੱਥੇ ਆ ਜਾ ਕਰੇ ਤੇ ਅਸੀਂ ਪੇਪਰ ਕਟਿੰਗ ਦਾ ਜਾਂ ਕੋਈ ਬੁੱਕ ਦਾ ਜਾਂ ਨੋਟਬੁੱਕ ਦਾ ਕੰਮ ਕੈਦੀਆਂ ਤੋਂ ਕਰਵਾ ਸਕਦੇ ਹਾਂ। ਲੇਕਿਨ ਉਹ ਸਿਕਿਉਰਿਟੀ ਰੀਜ਼ਨ ਕਰਕੇ ਉਹ ਸਿਰੇ ਨਹੀਂ ਚੜ੍ਹ ਸਕੀ ਗੱਲ। ਸੋ ਇਸ ਕਰਕੇ ਕੁਛ ਨਾ ਕੁਛ ਬਾਹਰਲੀਆਂ ਜੇਲ੍ਹਾਂ ਤੋਂ ਜੇਲ੍ਹ ਸੁਪਰਡੈਂਟ ਸਿੱਖਦੇ ਵੀ ਹੈ, ਲੇਕਿਨ ਇੰਪਲੀਮੈਂਟ ਕਰਨਾ ਥੋੜਾ ਜਿਹਾ ਔਖਾ ਵੀ ਹੁੰਦਾ ਹੈ ਕਿਉਂਕਿ ਸਿਕਿਉਰਿਟੀ ਰੀਜ਼ਨ ਵੀ ਹੁੰਦੇ ਨੇ। ਇਸ ਕਰਕੇ ਹੁਣ ਨਵਾਂ ਜਿਹੜਾ ਟ੍ਰੈਂਡ ਹੈਗਾ ਐਜੂਕੇਸ਼ਨ ਦਾ, ਉਸ ਨੂੰ ਜੋੜਿਆ ਜਾ ਰਿਹਾ ਹੈ। ਲੇਕਿਨ ਦੇਖਣਾ ਹੋਏਗਾ ਕਿ ਇਹਦੇ 'ਚ ਪਿੱਛੇ ਇੱਕ ਸੀਗਾ ਕੁਝ ਟੀਚਰ ਜਿਹੜੇ ਕਿਸੇ ਕੇਸ ਦੇ ਵਿੱਚ ਅੰਦਰ ਸੀਗੇ ਤੇ ਉਹਨਾਂ ਨੇ ਵੀ ਕੈਦੀਆਂ ਨੂੰ ਪੜ੍ਹਾਉਣ ਦੀ ਗੱਲ ਕਹੀ ਸੀ, ਲੇਕਿਨ ਕਈ ਥਾਵਾਂ ਦੇ ਉੱਤੇ ਸਿਕਿਉਰਿਟੀ ਰੀਜ਼ਨ ਵੀ ਆ ਗਿਆ ਸੀ ਵੀ ਕਿਤੇ ਕੋਈ ਹਾਈਪਰ ਨਾ ਹੋ ਜੇ, ਬੰਦਾ ਕੋਈ ਕਿਸੇ ਤੇ ਹਮਲਾ ਨਾ ਕਰ ਦੇਵੇ, ਕਿਉਂਕਿ ਕਲਾਸ ਜੇ ਲੱਗੀ ਹੋਵੇ ਤਾਂ ਕਈ ਵਾਰੀ ਇਹ ਮੁਸ਼ਕਲ ਆ ਜਾਂਦੀ ਹੈ। ਤਾਂ ਉਹਦੇ ਲਈ ਸਿਕਿਉਰਿਟੀ ਰੀਜ਼ਨ ਵੀ ਅੜਚਣਾ ਪੈਂਦੀਆਂ ਹੈ। ਹੁਣ ਇਸੇ ਕਰਕੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਨੇ ਵੀ ਇੱਕ ਆਫਰ ਕੀਤੀ ਹੈ, ਤਾਂ ਉਸ ਆਫਰ ਨੂੰ ਜੇਲ੍ਹ ਸੁਪਰਡੈਂਟ ਕਿਸ ਤਰ੍ਹਾਂ ਲੈਂਦੇ ਆ ਦੇਖਣਾ ਹੋਏਗਾ। ਹਾਲਾਂਕਿ ਜਿਹੜੇ ਨਿੱਜੀ ਤੌਰ ਦੇ ਉੱਤੇ ਉੱਥੇ ਅੰਦਰ ਜਿਹੜੇ ਮੈਦਾਨ ਬਣੇ ਹੁੰਦੇ ਆ ਸਬਜ਼ੀ ਬਣਾਉਣ ਦੇ, ਸਬਜ਼ੀ ਉਗਾਉਣ ਦੇ ਜਾਂ ਸ਼ਾਮ ਨੂੰ ਜਿਹੜਾ ਲੰਗਰ ਪ੍ਰਸ਼ਾਦਾ ਬਣਾਉਣ ਦੇ, ਉਹਦੇ ਵਿੱਚ ਵੀ ਕਾਫੀ ਕੈਦੀਆਂ ਦਾ ਜਿਹੜਾ ਟਾਈਮ ਜਿਹੜਾ ਕੰਜ਼ਿਊਮ ਹੁੰਦਾ ਹੈ। ਲੇਕਿਨ ਹੁਣ ਇਹ ਦੇਖਣਾ ਹੋਏਗਾ ਕਿ ਉਹਦੇ 'ਚ ਕਿੰਨੇ ਕੁ ਕੈਦੀ ਇਹਦੇ 'ਚ ਇਨਵੋਲਵਮੈਂਟ ਕਰਦੇ ਆ। ਜਸਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ। ਜੀ ਮਿਹਰਬਾਨੀ।